बाबा जी मुझ पे सवाल जवाब तो करना नहीं आता, मगर मैनू लड़ाई करनी जरूर आती है। बाबा जी मैं 20-22 साल हो गए मैनू अंदर हजूर के दर्शन नहीं होए, मेरा पिंजरा खाली है। नहीं हुण जे आपां लड़ाई करांगे तो फिर किवें दर्शन होणगे? जिथे प्रेम और प्यार होऊगा महाराज जी ने तो उत्थे जाना है। बाबा जिथे गिले शिकवे होणगे, लड़ाई झगड़े होणगे, उत्थे तो महाराज जी ने जाना नहींगा। बाबा जी मेरे से दया करो, मेरा पिंजरा खाली है। बाबी मरने से पहले मुझे एक बार दर्शन जरूर दे दो बाबा जी। बेटा फिर आपां अपने आप नूं उस लायक तां बनाईए कि आपां उस चीज़ नूं संभाल सकीए। बेटा बाबा जी भुलनहार हाँ, गलती पुतला हाँ, बख्श लियो सब, बख्श लियो बाबा जी। एक चीज़ सारे ना तुसी जिहड़ा सोचदे हो कि इत्थे आके कह के जी गलतियां हो गईयां माफ़ कर दिओ, देखो कर्म थोड़े कोई लै नहीं सकदा, कर्म थोड़ों कोई दे नहीं सकदा। जो भी कदम चुकांगे ਉਹਦਾ कर्म ਬਣੂਗਾ और कर्म ਦਾ ਹਿਸਾਬ ਕਿਤਾਬ ਸਾਨੂੰ ਦੇਣਾ ਪਊਗਾ। ਆਪਾਂ ਕਿਸੇ ਵੀ ਡੇਰੇ ਤੇ ਚਲੇ ਜਾਈਏ, ਕਿਸੇ ਵੀ ਮਹਾਂਪੁਰਖ ਦੇ ਦਰਸ਼ਨ ਕਰਕੇ ਮੱਥਾ ਟਟੇਕ ਕੇ ਆਸ਼ੀਰਵਾਦ ਲੈ ਕੇ ਜੋ ਮਰਜ਼ੀ ਕਰ ਲਈਏ, ਮਗਰ ਕਰਮ ਤੁਹਾਡਾ ਰਹੂਗਾ, ਇਹ ਨਹੀਂ ਕੋਈ ਲੈ ਸਕਦਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸੋ ਇਸ ਕਰਕੇ ਬੇਟਾ ਸੋਚ ਵਿਚਾਰ ਕੇ ਆਪਾਂ ਚੱਲੀਏ, ਕਿਉਂਕਿ ਬੋਝ ਸਾਨੂੰ ਚੁੱਕਣਾ ਪਊਗਾ। ਹੁਣ ਮੇਰੇ ਵਾਸਤੇ ਤਾਂ ਬੜਾ ਆਸਾਨ ਹੈ, ਤੁਸੀਂ ਇੱਥੇ ਖੜੇ ਹੋ ਕੇ ਕਹੋਗੇ, ਮੈਂ ਕਹਿ ਦੂੰਗਾ ਚਲੋ ਜੀ ਘਬਰਾਓ ਨਾ, ਆਪਣੇ ਆਪ ਸਭ ਠੀਕ ਹੋ ਜਾਊਗਾ। ਨਹੀਂ ਹੋਊਗਾ। ਗੁਰੂ ਦਾ ਮਤਲਬ ਇਹ ਨਹੀਂ ਕਿ ਇੱਕ ਭਰਮ ਚੋਂ ਦੂਜੇ ਭਰਮ ਵਿੱਚ ਬਿਠਾ ਦੇ ਸਾਨੂੰ। ਗੁਰੂ ਦਾ ਮਤਲਬ ਹੈ ਕਿ ਸਾਨੂੰ ਸੱਚ ਦਾ ਅਹਿਸਾਸ ਦਿਲਾਵੇ, ਔਰ ਸੱਚ ਬੇਟਾ ਇਹੀ ਹੈ ਕਿ ਇੱਕ ਇੱਕ ਕਰਮ ਦਾ ਹਿਸਾਬ ਕਿਤਾਬ ਦੇਣਾ ਪਊਗਾ ਬੇਟਾ। ਇਸ ਕਰਕੇ ਸੋਚ ਵਿਚਾਰ ਕੇ, ਹੁਣ ਜੋ ਹੋ ਗਿਆ ਉਹ ਤਾਂ ਹੋ ਗਿਆ, ਮਗਰ ਜਿਹੜੀ ਅੱਗੇ ਦੀ ਜ਼ਿੰਦਗੀ ਹੈ ਸੋਚ ਵਿਚਾਰ ਕੇ ਚੱਲੀਏ बेटा। राधा स्वामी जी। बाबा जी, जब आत्मा को काल भगवान के हवाले किया गया तो उसे सारे बुरे ही टीचर क्यों मिले, अच्छे टीचर क्यों नहीं मिले भी उसको अच्छे रास्ते दिखा सके? ये सारे 84 ही चक्र में क्यों फंसे हुए हैं? ਉਹ ਬੇਟਾ ਤੁਸੀਂ ਬੱਚੇ ਨੂੰ ਭੇਜਦੇ ਹੋ ਪੜ੍ਹਾਈ ਕਰਨ ਵਾਸਤੇ, हाँ जी, ਠੀਕ ਹੈ, ਹੁਣ ਭੇਜਦੇ ਹੋ ਤਾਂ ਚੰਗੇ ਵਾਸਤੇ ਹੀ ਹੈ। हाँ जी, ਹੁਣ ਉੱਥੇ ਜਾ ਕੇ ਉਹ ਗਲਤ ਇਲਤਾਂ ਸਿੱਖ ਲੈਂਦਾ ਹੈ ਜਾਂ ਉਹ ਪ੍ਰਭਾਵਿਤ ਹੋ ਜਾਂਦਾ ਹੈਗਾ, ਗਲਤ ਕੰਪਨੀ 'ਚ ਚਲੇ ਜਾਂਦਾ ਹੈ, ਤਾਂ ਗਲਤੀ ਕਿਹਦੀ ਹੈ ਬੇਟਾ? बाबा जी ये सारी आत्माएं ही गलत है। ਇਹ ਸਾਰੀ ਕਿਉਂ ਗਲਤ ਹੈ? देखो जी, हम सब 84 के चक्रव्यूह में फंसे हुए हैं। ਮਾਲਿਕ ਨੇ ਮੌਕਾ ਦਿੱਤਾ ਹੈ, ਕਰਮ ਵੀ ਤੁਸੀਂ ਕੀਤੇ ਹੈ, ਹਿਸਾਬ ਕਿਤਾਬ ਵੀ ਤੁਸੀਂ ਲੈਣਾ ਹੈਗਾ। दया करो महाराज। ਨਹੀਂ ਬੇਟਾ ਮੈਨੂੰ ਇਹ ਦੱਸੋ, ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੈ, ਮੈਂ ਬੈਂਕ ਤੋਂ ਲੋਨ ਲੈਣਾ ਹੈ, ਹੁਣ ਜਿਹੜੇ ਪੈਸੇ ਲਿੱਤੇ ਆ ਵਾਪਸ ਕਰਨੇ ਕਿ ਨਹੀਂ ਕਰਨੇ? हाँ जी, ਤੇ ਫਿਰ ਬੇਟਾ ਹੁਣ ਕਰਮ ਵੀ ਤਾਂ ਆਪਾਂ ਹੀ ਕੀਤੇ, ਕਿਸੇ ਹੋਰ ਨੇ ਤਾਂ ਨਹੀਂ ਕੀਤੇ। ਜਿੰਨੇ ਆਸਾਨੀ ਦੇ ਨਾਲ ਤੁਸੀਂ ਸਹੀ ਰਸਤਾ ਚੁਣ ਸਕਦੇ ਹੋ, ਉਹਨੇ ਆਸਾਨੀ ਦੇ ਨਾਲ ਗਲਤ ਚੁਣ ਸਕਦੇ ਹੋ। ਹੁਣ ਆਪਾਂ ਚੁਣਿਆ, ਹੁਣ ਜੇ ਚੁਣਿਆ ਹੈਗਾ ਤਾਂ ਫਿਰ ਹਿਸਾਬ ਕਿਤਾਬ ਦੇਣਾ ਬੇਟਾ। ਐਵੇਂ ਆਪਾਂ ਕਾਲ ਨੂੰ ਕੋਸੀ ਜਾਈਏ ਜਾਂ ਕਿਸੇ ਹੋਰ ਨੂੰ ਕਰੀਏ, ਹੈ ਤਾਂ ਸਾਡੀ ਕਮਜ਼ੋਰੀ ਨਾ। ਬਾਬਾ ਜੀ ਪਰਮਾਰਥ ਵਿੱਚ ਇਹੋ ਜਿਹਾ ਕਿਹੜਾ ਕਰਮ ਹੈ ਜਿਹੜਾ ਅਸੀਂ ਨਾ ਕਰੀਏ ਤੇ ਉਸ ਮਾਲਿਕ ਦੇ ਅੱਗੇ ਮਾਫੀ ਵੀ ਨਾ ਮਿਲੇ? ਹੁਕਮ ਅਦੁੱਲੀ ਬੇਟਾ, ਆਪਾਂ ਉਹਦੇ ਭਾਣੇ 'ਚ ਰਹਿਣਾ ਬੇਟਾ। ਜੋ ਤਿਸ ਭਾਵੇ ਨਾਨਕਾ ਸਾਈ ਕਰ ਚੰਗੀ। ਤੇ ਬਾਬਾ ਜੀ ਮੇਰਾ ਸੈਕੰਡ ਸਵਾਲ ਇਹ ਹੈ ਕਿ ਲਾਈਫ ਵਿੱਚ ਮੈਂ ਕੋਈ ਵੀ ਡਿਸੀਜਨ ਲੈਣਾ ਤੇ ਮੈਂ ਬੜਾ ਕਨਫਿਊਜ਼ ਹੋ ਜਾਂਦਾ ਤੇ ਨਾਲ ਓਵਰ ਥਿੰਕਿੰਗ ਹੋ ਜਾਂਦੀ ਹੈ। ਨਹੀਂ ਬੇਟਾ, ਕਿਸੇ ਹੱਦ ਤੱਕ ਸੋਚਣਾ ਚਾਹੀਦਾ ਹੈ ਬੇਟਾ। ਅੱਜ ਕੱਲ੍ਹ ਤਾਂ ਪ੍ਰੋਬਲਮ ਹੀ ਇਹ ਹੈ ਕਿ ਇਨਸਾਨ ਸੋਚਦੇ ਨਹੀਂ ਤਾਂ ਪਹਿਲਾਂ ਹੀ ਕਦਮ ਚੁੱਕ ਲੈਂਦੇ ਆ, ਬਾਅਦ ਸੋਚਦੇ ਆ। ਸੋ ਸੋਚਣਾ ਚੰਗੀ ਗੱਲ ਹੈ, ਮਗਰ ਇੰਨਾ ਵੀ ਨਾ ਸੋਚੀਏ ਕਿ ਮਨ ਦੇ ਉੱਤੇ ਬੋਝ ਪਾ ਕੇ ਬਹਿ ਜਾਈਏ ਬੇਟਾ। ਬੈਲੈਂਸ ਰੱਖੋ। ਬਾਬਾ ਜੀ ਮੇਰਾ ਪਹਿਲਾ ਸਵਾਲ ਹੈ ਕਿ ਜਦੋਂ ਸਾਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਸਾਨੂੰ ਮਾਤਾ ਪਿਤਾ ਜਾਂ ਰਿਸ਼ਤੇਦਾਰ ਕਹਿ ਦਿੰਦੇ ਹਨ ਵੀ ਉੱਥੇ ਚਲਾ ਜਾ ਜਾਂ ਕੋਈ ਤਵੀਤ ਪੈਣ ਲਾ, ਤਾਂ ਸਾਨੂੰ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ? ਨਹੀਂ ਬੇਟਾ, ਜੇ ਐ ਬਿਮਾਰੀ ਠੀਕ ਹੋ ਜਾਂਦੀ ਤਾਂ ਡਾਕਟਰਾਂ ਦੀ ਛੁੱਟੀ ਕਰ ਦਈਏ। ਹਾਂ, ਇਹ 6-6 ਸਾਲ ਪੜ੍ਹਾਈ ਕਰਕੇ MBBS ਕਰਦੇ ਆ ਕਾਹਦੇ ਵਾਸਤੇ ਹੈ? ਤੁਸੀਂ ਸਮਝਦੇ ਹੋ ਫਿਰ ਕਿਸੇ ਨੂੰ, ਜਿਹੜਾ ਵੱਡਾ ਆਦਮੀ ਹੈ ਉਹਨੂੰ ਕਦੇ ਬਿਮਾਰੀ ਹੋਣੀ ਸੀ? ਉਹਨੇ ਤਾਂ ਪੈਸੇ ਦੇ ਬਲ ਦੇ ਉੱਤੇ ਸਾਰਾ ਕੁਝ ਕਰਵਾ ਲੈਣਾ ਸੀ। ਆਪਾਂ ਕਿਹੜੀਆਂ ਗੱਲਾਂ 'ਚ ਪੈ ਜਾਂਦੇ ਹਾਂ ਬੇਟਾ? ਬਾਬਾ ਜੀ ਅਕਸਰ ਦੇਖਿਆ ਜਾਂਦਾ ਹੈ ਵੀ ਜਦੋਂ ਜੋੜਾਂ ਦੀ ਤਕਲੀਫ ਹੁੰਦੀ ਹੈ ਤਾਂ ਆਪਾਂ ਨੂੰ ਨੌਨ ਵੈਜ ਦਵਾਈ ਖਾਣ ਨੂੰ ਕਿਹਾ ਜਾਂਦਾ ਹੈ, ਤਾਂ ਉਹ ਆਪਾਂ ਨੂੰ ਖਾਣੀ ਚਾਹੀਦੀ ਹੈ? ਬਿਲਕੁਲ ਨਹੀਂ, ਬਿਲਕੁਲ ਨਹੀਂ ਖਾਣੀ ਚਾਹੀਦੀ। ਇੱਕ ਬਾਬਾ ਜੀ ਜਦੋਂ ਕੋਈ ਜੀਵ ਨਾਮਦਾਨ ਲੈ ਕੇ, ਨਹੀਂ ਮੈਨੂੰ ਇਹ ਦੱਸੋ, ਤੁਹਾਡੇ ਕੋਲੇ ਹਲਦੀ ਹੈਗੀ ਹੈ, ਹੋਰ ਕਿੰਨੀਆਂ ਚੀਜ਼ਾਂ ਹੈਗੀਆਂ ਜਿਹੜੀਆਂ
ਉਸੇ ਚੀਜ਼ ਨੂੰ ਠੀਕ ਕਰ ਸਕਦੀਆਂ। ਜ਼ਰੂਰੀ ਤਾਂ ਨਹੀਂ ਕਿ ਆਪਾਂ ਦੂਜੇ ਪੁੱਠੇ ਪਾਸੇ ਜਾਣਾ ਹੈ। ਹਾਂਜੀ। ਹਾਂ, ਬਾਬਾ ਜੀ ਮੈਂ ਇਹ ਪੁੱਛਣਾ ਚਾਹਨੀ ਹਾਂ ਵੀ ਸਾਨੂੰ ਕਿਸ ਤਰ੍ਹਾਂ ਪਤਾ ਚੱਲਦਾ ਹੈ ਕਿ ਅਸੀਂ ਇੱਕ ਸਹੀ ਦਿਸ਼ਾ ਵੱਲ ਜਾ ਰਹੇ ਹਾਂ? ਕੀ ਪੈਰਾਮੀਟਰਸ ਨੇ ਉਹਦੇ, ਦੱਸੋ। ਬੇਟਾ ਜਿਹੜੀ ਚੀਜ਼ ਮਾਲਕ ਦੇ ਤਰਫ ਲੈ ਕੇ ਜਾਂਦੀ ਹੈ ਉਹ ਚੰਗੀ ਹੈ, ਜਿਹੜੀ ਮਾਲਕ ਤੋਂ ਦੂਰ ਲੈ ਕੇ ਜਾਂਦੀ ਹੈ ਉਹ ਸਾਨੂੰ ਨਹੀਂ ਕਰਨਾ ਚਾਹੀਦਾ ਬੇਟਾ, ਸਿੱਧੀ ਜੀ ਗੱਲ। ਮਤਲਬ ਸਾਨੂੰ ਕਿੱਦਾਂ ਪਤਾ ਲੱਗਦਾ ਵੀ ਅਸੀਂ ਸਹੀ ਜਾ ਰਹੇ ਹਾਂ? ਬੇਟਾ ਉਹਦੇ ਨਾਲ ਅੰਦਰੋਂ ਇੱਕ ਖੁਸ਼ੀ ਜੀ ਪੈਦਾ ਹੋਣ ਲੱਗ ਪੈਂਦੀ ਹੈ। बाबा जी परमार्थ और स्वार्थ में किस तरह बैलेंस करें? बेटा देखो, अगर परमार्थ होगी तो स्वार्थ की कदर होगी बेटा, नहीं तो सब कुछ होते हुए भी इंसान कमी महसूस करेगा। जब तक मालिक मत ना बख्शे, कदर ना दे, तो हम तो संभाल ही नहीं पाएंगे बेटा। किसी के पास बड़ी बड़ी गाड़ियां, घर, ये वो, मगर मन में फिर भी चिंता रहती है, तो क्या हासिल किया उसने? और किसी के पास कुछ भी नहीं मगर मन की शांति है, वो अपने आप को सबसे बड़ा सोचता है। भाई मत कदों बख्शदा परमात्मा? ਜਦੋਂ ਆਪਾਂ ਉਸ ਚੀਜ਼ ਦੇ ਸੰਭਾਲਣ ਦੇ ਲਾਇਕ ਬਣਾਂਗੇ ਬੇਟਾ। जो समाधि उन्हें बख्शनी है फिर वो संभाल भी आप ही करवा सकता है। ਨਹੀਂ ਬੇਟਾ, ਆਪਾਂ ਛੱਡੀਏ ਤਾਂ ਸਹੀ ਨਾ, ਆਪਾਂ ਬਾਗਡੋਰ ਉਹਦੇ ਹੱਥ 'ਚ ਦੇਵਾਂਗੇ, ਉਹ ਸੰਭਾਲੂਗਾ, ਅਸੀਂ ਤਾਂ ਦਿੰਦੇ ਹੀ ਨਹੀਂ। फिर कोई तरीका भी किस तरह उस तो समत लिती जावे? ਨਹੀਂ, ਆਪਾਂ ਉਹਨੂੰ ਲੈਣ ਦੀ ਲੋੜ ਹੀ ਨਹੀਂ, ਆਪਾਂ ਤਾਂ ਆਪਣੇ ਆਪ ਨੂੰ ਉਸ ਚੀਜ਼ ਦੇ ਲਾਇਕ ਬਣਾਉਣਾ ਹੈ। ਦੇਖੋ, ਮਾਂ-ਬਾਪ ਨੇ ਜੋ ਕੁਛ ਹੈ ਬੱਚਿਆਂ ਨੂੰ ਦੇ ਕੇ ਜਾਣਾ, ਨਾਲ ਤਾਂ ਨਹੀਂ ਲੈ ਕੇ ਜਾਣਾ, ਮਗਰ ਮਾਂ-ਬਾਪ ਉਸ ਇੰਤਜ਼ਾਰ 'ਚ ਰਹਿੰਦੇ ਹੈ ਕਿ ਬੱਚੇ ਉਸ ਚੀਜ਼ ਦੀ ਕਦਰ ਕਰਨ। ਜਿਹੜਾ ਕਦਰ ਕਰਦਾ ਉਹਨੂੰ ਛੇਤੀ ਮਿਲ ਜਾਂਦਾ ਹੈ, ਜਿਹੜਾ ਕਦਰ ਨਹੀਂ ਕਰਦਾ ਥੋੜਾ ਜਿਹਾ ਹੱਥ ਖਿੱਚ ਕੇ ਰੱਖਦੇ ਹੈ ਕਿ ਐਵੇਂ ਬਰਬਾਦ ਕਰਕੇ ਨਾ ਬਹਿ ਜੇ। ਦੇਣਾ ਉਹਨੂੰ ਹੀ ਹੈ। ਸੋ ਇਸ ਕਰਕੇ ਬੇਟਾ ਆਪਾਂ ਉਸ ਚੀਜ਼ ਦੇ ਲਾਇਕ ਬਣਾਂਗੇ, ਆਪਣੇ ਆਪ ਮਿਲੂਗਾ। ਜੋ ਸਾਡੇ ਹੱਕ ਦੀ ਦੌਲਤ ਹੈ ਸਾਨੂੰ ਮਿਲੂਗੀ, ਕਿਸੇ ਹੋਰ ਨੂੰ ਨਹੀਂ ਮਿਲ ਸਕਦੀ, ਮਗਰ ਲਾਇਕ ਤਾਂ ਬਣੋ। ਬਾਬਾ ਜੀ ਮੇਰਾ ਪਹਿਲਾ ਪ੍ਰਸ਼ਨ ਇਹ ਹੈ ਕਿ ਬਾਬਾ ਜੀ ਜਦੋਂ ਮੈਨੂੰ ਨਾਮਦਾਨ ਦੀ ਬਖਸ਼ਿਸ਼ ਹੋਈ ਸੀ ਬਾਬਾ ਜੀ, ਤੇ ਮੈਂ ਬਾਬਾ ਜੀ ਭਜਨ ਸਿਮਰਨ ਤੇ ਬੈਠ ਨਹੀਂ ਸਕਦੀ। ਮੈਂ ਕਹਿੰਦੀ ਹਾਂ ਕਿ ਪਤਾ ਨਹੀਂ, ਇਹ ਸੋਚਦੀ ਰਹਿੰਦੀ ਹਾਂ ਕਿ ਮੇਰੇ ਤੇ ਦ੍ਰਿਸ਼ਟੀ ਨਹੀਂ ਪਈ ਬਾਬਾ ਜੀ ਤੁਹਾਡੀ, ਇਸ ਕਰਕੇ ਮੈਂ ਭਜਨ ਸਿਮਰਨ ਤੇ ਨਹੀਂ ਬਹਿ ਪਾਉਂਦੀ ਬਾਬਾ ਜੀ। ਬੇਟਾ ਦੇਖੋ, ਕਿੰਨੀ ਬਖਸ਼ਿਸ਼ ਹੈ ਮਾਲਿਕ ਦੀ। ਮਾਲਿਕ ਆਪਾਂ ਨੂੰ ਪੇੜ ਪੌਦਾ ਬਣਾ ਸਕਦਾ ਸੀ, ਜਾਨਵਰ ਬਣਾ ਸਕਦਾ ਸੀ। ਮਾਲਿਕ ਨੇ ਇਨਸਾਨ ਦਾ ਜਾਮਾ ਬਖਸ਼ਿਆ। ਹੁਣ ਇਨਸਾਨ ਦਾ ਜਾਮਾ ਕਿਸੇ ਲਕਸ਼ ਵਾਸਤੇ ਦਿੱਤਾ ਬੇਟਾ। ਹੁਣ ਉਸ ਤੋਂ ਅੱਗੇ ਉਹਨੇ ਨਾਮ ਨਾਲ ਵੀ ਜੋੜਤਾ, ਤਾਂ ਉਹਦੀ ਦਇਆ ਦੀ ਤਾਂ ਕੋਈ ਕਮੀ ਨਹੀਂ। ਹੁਣ ਆਪਾਂ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਬੇਟਾ। ਭੁੱਖ ਵੀ ਦੇਤੀ, ਰੋਟੀ ਵੀ ਬਣਾਤੀ, ਥਾਲੀ 'ਚ ਵੀ ਪਾਤੀ, ਹੁਣ ਖਾਣੀ ਤਾਂ ਅਸੀਂ ਖੁਦ ਹੈ। ਹੁਣ ਜਿੰਨਾ ਚਿਰ ਆਪਾਂ ਨਹੀਂ ਖਾਵਾਂਗੇ ਕਿੱਥੋਂ ਤਾਕਤ ਮਿਲੂਗੀ, ਕਿਵੇਂ ਨਿਭਾਵਾਂਗੇ ਬੇਟਾ? ਸੋ ਉਹਦੇ ਦੇਣ ਦੀ ਕਮੀ ਨਹੀਂ ਬੇਟਾ, ਸਾਡੀ ਪਹਿਚਾਣ ਦੀ ਕਮੀ ਹੈ, ਕਦਰ ਦੀ ਕਮੀ ਹੈ ਬੇਟਾ। कदर करो और निभाओ। बाबा जी मैं आपसे इतना पूछना चाहता हूँ कि बाबा जी जब सत्संग में जाते हैं तो हम वहाँ के माहौल में बन जाते हैं, बिल्कुल सबसे प्यार से रहते हैं, सेवा भी करते हैं अच्छे से, तो फिर बाबा जी बाहर आके हम ऐसा क्यों नहीं कर पाते? दुनियादारी में क्यों घुस जाते हैं बाहर आके बाबा जी? क्योंकि बेटा हमारे मन में अभी वो दृढ़ता नहीं है। इंसान बड़ी जल्दी प्रभावित हो जाता है हर एक चीज़ का। तो फिर हम कहते हैं कि जी हम खुद मुख्तियार होना चाहते हैं, तो अगर इंसान हर एक चीज़ से प्रभावित हो जाएगा तो वो खुद मुख्तियार कहाँ से बनेगा? तो हमने अपना विचार दृढ़ करके अपना लक्ष्य सामने रख के उसकी तरफ बढ़ना है। ਬਾਬਾ ਜੀ ਮੇਰੇ ਤੋਂ ਭਜਨ ਸਿਮਰਨ ਨਹੀਂ ਹੁੰਦਾ, ਬਾਕੀ ਸਾਰੇ ਕੰਮ ਹੋ ਜਾਂਦੇ ਨੇ। यही काम करना है, बाकी भावें ना कर। ਹਾਂਜੀ ਬਾਬਾ ਜੀ, ਨਹੀਂ ਨਾ ਹੁੰਦਾ है तू नहीं करदी, ये ना कहो कि नहीं हुंदा। जे ना ਆਪਾਂ ਕਰ ਸਕਦੇ ਬੇਟਾ, ਉਹਨੇ ਕਿਉਂ ਸਾਨੂੰ ਕਹਿਣਾ ਸੀ? ਹਾਂਜੀ ਬਾਬਾ। ਬਾਬਾ ਜੀ ਦਇਆ ਮਿਹਰ ਬਣਾਈ ਰੱਖਣਾ। ਉਹਨੇ ਟੂਟੀ ਬੰਦ ਕਰਤੀ ਦਇਆ ਦੀ। ਬੇਟਾ ਤੁਸੀਂ ਮਿਹਨਤ ਕਰੋ, ਆਪਾਂ ਆਪਣੇ ਆਪ ਨੂੰ ਉਸ ਲਾਇਕ ਬਣਾਉਣਾ ਹੈ, ਉਹਦੇ ਦਇਆ ਦੀ ਕੋਈ ਕਮੀ ਨਹੀਂ। ਆਪਾਂ ਕਦਰ ਕਰਨੀ ਹੈ। ਬਾਬਾ ਜੀ ਜੇ ਆਪਣੇ ਕੋਲ ਕੋਈ ਚੀਜ਼ ਨਹੀਂ ਤਾਂ ਕਿ ਆਪਾਂ ਨੂੰ ਉਹਦੇ ਲਈ ਬੇਨਤੀ ਅਰਦਾਸ ਕਰਨੀ ਚਾਹੀਦੀ ਹੈ ਜਾਂ ਨਹੀਂ ਜੀ? ਬੇਟਾ ਤੁਸੀਂ ਅਰਦਾਸ ਭਾਵੇਂ ਜੋ ਮਰਜ਼ੀ ਕਰ ਲਓ, ਦੇਣਾ ਉਹਨੇ ਉਹੀ ਹੈ ਜੋ ਤੁਹਾਡੇ ਵਾਸਤੇ ਚੰਗਾ ਹੈ ਬੇਟਾ। ਹੁਣ ਦੇਖੋ, ਆਪਾਂ ਬਿਹਤਰ ਜਾਣਦੇ ਹਾਂ ਕਿ ਮਾਲਿਕ ਬਿਹਤਰ ਜਾਣਦਾ ਬੇਟਾ। ਮੰਗੀਏ ਤਾਂ ਜੇ ਆਪਾਂ ਸੋਚੀਏ ਕਿ ਸਾਡੀ ਜਿਹੜੀ ਅਕਲ ਹੈ ਮਾਲਿਕ ਤੋਂ ਜ਼ਿਆਦਾ ਚੰਗੀ ਹੈ। ਹੁਣ ਜੋ ਮਾਲਿਕ ਦਿੰਦਾ ਹੈਗਾ ਉਹਦੀ ਤਾਂ ਆਪਾਂ ਕਦਰ ਨਹੀਂ ਕਰਦੇ, ਮਗਰ ਆਪਾਂ ਮੰਗਣਾ ਸ਼ੁਰੂ ਕਰ ਦਿੰਦੇ ਹਾਂ ਬੇਟਾ
ਜੇ ਉਹ ਦੇਣ ਦੀ ਤਾਕਤ ਰੱਖਦਾ ਹੈ ਕਿ ਜਾਣਨ ਦੀ ਤਾਕਤ ਨਹੀਂ ਰੱਖਦਾ ਬੇਟਾ, ਔਰ ਜਿਹੜਾ ਜਾਣ ਹੀ ਨਹੀਂ ਸਕਦਾ ਉਹ ਦੇ ਕਿੱਥੋਂ ਦੇਊਗਾ ਬੇਟਾ। ਸੋ ਬੇਟਾ ਇਹ ਠੀਕ ਹੈ ਕਿ ਆਪਣੇ ਦਾਇਰੇ ਵਿੱਚ ਸਾਡਾ ਮਨ ਹਲਕਾ ਹੁੰਦਾ ਜਦੋਂ ਅਸੀਂ ਇਹ ਚੀਜ਼ਾਂ ਜ਼ਾਹਿਰ ਕਰ ਲੈਂਦੇ ਹਾਂ, ਮਗਰ ਦੇਣਾ ਉਹਨੇ ਉਹੀ ਹੈ ਜੋ ਆਪਣੀ ਕਿਸਮਤ 'ਚ ਲਿਖੇ। ਬਾਬਾ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਮੈਨੂੰ ਮੌਕਾ ਦਿੱਤਾ। ਮੈਨੇ ਇੰਨੀ ਔਕਾਤ ਨਹੀਂ ਕਿ ਮੈਂ ਕੁਝ ਤੁਹਾਨੂੰ ਕਹਿ ਸਕਾਂ। ਬਾਬਾ ਜੀ ਜੋ ਮਨ ਦੇ ਵਿੱਚ ਉਲਝਣਾਂ ਨੇ ਨਾ, ਉਹ ਤੁਸੀਂ ਦੂਰ ਕਰ ਦਿਓ। ਬੇਟਾ ਉਲਝਣ ਕਾਹਦੀ ਉਲਝਣ ਹੈ ਸਾਨੂੰ ਬੇਟਾ? ਜਦੋਂ ਆਪਾਂ ਕਹਿੰਦੇ ਹਾਂ ਕਿ ਜੀ ਅਸੀਂ ਸੋਚ ਵਿੱਚ ਤਾਂ ਪੈਣਾ ਹੀ ਨਹੀਂਗਾ, ਆਪਾਂ ਤਾਂ ਭਾਣੇ 'ਚ ਰਹਿਣਾ। ਹੁਣ ਇਹ ਜਿਹੜੀ ਸਾਡੀ ਸੋਚ ਹੈ ਨਾ, ਇਹ ਹਰੇਕ ਚੀਜ਼ ਨੂੰ ਚੰਗੇ ਔਰ ਮਾੜੇ 'ਚ ਪਾ ਦਿੰਦੀ ਹੈ। ਆਹ ਚੰਗਾ ਹੈ, ਆਹ ਮਾੜਾ ਹੈ, ਆਹ ਚੰਗਾ ਹੈ। ਆਪਾਂ ਸੋਚਦੇ ਹਾਂ ਕਿ ਮਾਲਿਕ ਕਦੇ ਵੀ ਆਪਣੇ ਬੱਚਿਆਂ ਨਾਲ ਮੰਦਾ ਕਰ ਸਕਦਾ ਬੇਟਾ? ਮਾਂ-ਬਾਪ ਕਦੇ ਬੱਚਿਆਂ ਨੂੰ ਦੁੱਖ ਦੇ ਸਕਦੇ ਆ? ਸੋ ਇਸ ਕਰਕੇ ਹੁਣ ਬੱਚਾ ਜ਼ਬਰਦਸਤੀ ਕਰਕੇ ਗਲਤ ਕੰਮ ਕਰੇ ਤਾਂ ਉਹਨੂੰ ਭੁਗਤਣਾ ਪੈਂਦਾ ਹੈਗਾ। ਮਾਲਿਕ ਨਹੀਂ ਕਰਦਾ ਕਦੇ ਵੀ ਬੇਟਾ। ਉਲਝਣਾ ਆਪਾਂ ਬਣਾਉਂਦੇ ਹਾਂ, ਜ਼ਿੰਦਗੀ ਨੂੰ ਆਪਾਂ ਕੰਪਲਿਕੇਟ ਕੀਤਾ। ਜ਼ਿੰਦਗੀ ਬੜੀ ਆਸਾਨ ਹੈ। ਹੋ ਆਇਆ ਦੂਰੋਂ ਚੱਲ ਕੇ ਤੱਕੀ ਤੋਂ ਸਰਨਾਈ ਜਿਓ, ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਸਿਓ। ਤੇਰੇ ਜਿਹਾ ਮੈਨੂੰ ਹੋਰ ਨਾ ਕੋਈ, ਮੈਂ ਚਾਹੀਆਂ ਲੱਖ ਤੈਨੂੰ, ਖੋਲ੍ਹਣਾ ਕਾਗਜ਼ ਬਦੀਆਂ ਵਾਲੇ ਦਰ ਤੋਂ ਧੱਕਣਾ ਮੈਨੂੰ। ਬਾਬਾ ਜੀ ਸੱਚੀ ਤੁਹਾਡੇ ਬਿਨਾਂ ਸਾਡਾ ਕੋਈ ਨਹੀਂ, ਬਖਸ਼ਣਹਾਰ ਹੋ, ਬਖਸ਼ ਲੈਣਾ ਬਾਬਾ ਜੀ। ਬੇਟਾ ਤੁਹਾਡੇ ਤੋਂ ਬਗੈਰ ਮੇਰਾ ਵੀ ਕੌਣ ਹੈ? ਹੈਂ? ਬਾਬਾ ਜੀ ਨਹੀਂ, ਤੁਹਾਡੇ ਸਿਰ ਦੇ ਉੱਤੇ ਤਾਂ ਮੈਂ ਹੈਗਾ, ਤੁਹਾਡੇ ਤੋਂ ਬਗੈਰ ਮੈਂ ਕੌਣ ਹੈ? ਜੀ ਬਾਬਾ ਜੀ। ਹਾਂ, ਉਹਨੇ ਕਿਹਾ ਸੀ ਸੁਲਤਾਨ ਬਾਹੂ ਨੇ, ਮੈਂ ਵਿੱਚ ਐਡ ਗੁਨਾਹ ਨਾ ਹੁੰਦੇ ਤੂੰ ਬਖਸ਼ੰਦਾ ਕਿਹਨੂੰ ਹੋ। ਸੋ ਆਪਣਾ ਤਾਂ ਜਿਹੜਾ ਜੋੜ ਹੈ ਨਾ ਬੇਟਾ, ਉਹ ਐਂ ਹੀ ਚੱਲੂਗਾ, ਇਹ ਨਹੀਂ ਟੁੱਟ ਸਕਦਾ। ਬਾਬਾ ਜੀ ਮੇਰਾ ਕੁਐਸਚਨ ਇਹ ਹੈ ਵੀ ਇੱਕ ਤਾਂ ਦੁੱਖ ਕਰਮਾਂ ਦੇ ਆਉਂਦੇ ਹੈ ਤੇ ਇੱਕ ਕਿਰਪਾ ਨਾਲ ਵੀ ਦੁੱਖ ਆਉਂਦਾ ਹੈ। ਬੇਟਾ ਸਭ ਹਿਸਾਬ ਕਿਤਾਬ ਕਰਮਾਂ ਦਾ ਹੈ। ਉਹਨੂੰ ਆਪਾਂ ਦੁੱਖ ਮੰਨੀਏ, ਸੁੱਖ ਮੰਨੀਏ, ਇਹ ਸਾਡੀ ਪਹਿਚਾਣ ਦੀ ਗੱਲ ਹੈ ਸਭ ਕਰਮਾਂ ਦਾ ਹਿਸਾਬ ਕਿਤਾਬ। ਸੋ ਆਪਾਂ ਤਾਂ ਜਿਵੇਂ ਕਹਿੰਦੇ ਨੇ, ਜੋ ਵੀ ਮਾਲਿਕ ਦਾ ਦਿੱਤਾ ਉਹ ਪ੍ਰਸ਼ਾਦ ਹੈ। ਸੋ ਮਾਲਿਕ ਨੇ ਭਾਵੇਂ ਦੁੱਖ ਦਿੱਤਾ, ਸੁੱਖ ਦਿੱਤਾ, ਆਪਾਂ ਤਾਂ ਪ੍ਰਸ਼ਾਦ ਮੰਨ ਕੇ ਚੰਗਾ ਹੀ ਸਮਝਣਾ। ਬਾਬਾ ਜੀ ਸਾਡੇ ਪਿਛਲੇ ਜਨਮ ਦੇ ਪੁੰਨ ਕਰਮ ਹੁੰਦੇ ਨੇ ਜੇ ਆਪਾਂ ਸਤਸੰਗ ਦੇ ਪਰਮਾਰਥ ਦੇ ਰਸਤੇ ਤੇ ਚੱਲਦੇ ਹਾਂ। ਬੇਟਾ ਕੋਈ ਨਾ ਕੋਈ ਚੰਗਾ ਕਰਮ ਹੀ ਕੀਤਾ ਹੋਊਗਾ ਕਿ ਮਾਲਿਕ ਦੀ ਇੰਨੀ ਬਖਸ਼ਿਸ਼ ਹੋਗੀ ਬੇਟਾ। ਕਿਉਂਕਿ ਜੋ ਵੀ ਮਾਹੌਲ ਹੈ, ਸਾਰਾ ਕੁਛ ਹੈ। ਹੁਣ ਆਪਾਂ ਪੁੱਠੇ ਪਾਸੇ ਵੀ ਤੁਰ ਸਕਦੇ ਸੀ। ਸੋ ਬਖਸ਼ਿਸ਼ ਹੈ ਉਹਦੀ ਬੇਟਾ, ਆਪਾਂ ਤਾਂ ਕਦਰ ਕਰਨੀ ਹੈ, ਉਹਦਾ शुक्र करना है। राधा स्वामी बाबा जी, थैंक यू बाबा जी। कभी सोचा भी नहीं था बाबा जी आज आपके दर्शन होंगे। इतना अच्छा मौका आपने दिया। हमेशा सोचती थी आपसे बातें करूं, बाप के घर जाऊंगी, कब मिलूंगी। जब डेरे के द्वार बंद हो गए तो डर सा लगता था कि जिंदगी में वो दिन आएगा भी से आपके दर्शन होंगे, आपके घर जाऊंगी। पर आपने इतना अच्छा मौका दिया कि मैं सोच भी नहीं सकती बाबा जी। बेटा देखो, पहली बात तो ये है कि डेरे के द्वार कभी बंद नहीं होते, और दूसरी बात ये है, ये मेरा घर नहीं, ये आपका घर है। डेरा मेरा नहीं है, आप सबका है। ये हम सब के सांसों के साथ, हम सब की मेहनत के साथ बना है, ठीक है ना। तो इसको अपना समझ के चलो, मेरा नहीं है। आज मैं यहाँ हूँ, कल और कोई होगा, तो ये आप सबका है। आज ऐसे लगा कि आज आपके पास आई, अपने बाप के घर आ गई।